चलिए शुरू करते हैं। बिस्मिल्लाहिर्रहमानिर्रहीम। अस्सलाम वालेकुम साडे दोस्तों भाइयों, साडे देखण वालिओ, सुनन वालिओ, वीरो, ਤੁਹਾਡੀ ਬੜੀ ਬੜੀ ਮਿਹਰਬਾਨੀ। ਸਾਡੇ ਚੈਨਲ ਨੂੰ ਤੁਸੀਂ ਦੇਖਦੇ ਹੋ, ਸੁਣਦੇ ਹੋ, ਸਾਨੂੰ ਬੜਾ ਪਿਆਰ ਦੇ ਰਹੇ ਤੁਸੀਂ। ਅਸੀਂ ਜਨਾਬ ਤੁਹਾਡੇ ਬੜੇ ਮਸ਼ਕੂਰ ਹਾਂ ਔਰ ਇਨਸ਼ਾਅੱਲਾ ਅਗਾਂਹ ਵੀ ਅੱਛੀਆਂ ਅੱਛੀਆਂ ਵੀਡੀਓ ਬਣਾ ਕੇ ਭੇਜਾਂਗੇ ਜਿਹਦੇ ਸ਼ੁਗਲ ਦੀਆਂ ਗੱਲਾਂ ਵੀ ਹੋਣਗੀਆਂ ਔਰ ਜਨਾਬ ਸਮਝਦਾਰੀ ਦੀਆਂ ਵੀ ਗੱਲਾਂ, ਪੁਰਾਣੀਆਂ ਕਹਾਣੀਆਂ, किस्से, आप बीतियाँ, जग बीतियाँ, हर किस्म दियाँ भरावां अगे पेश करांगे। और थोड़ी बड़ी मेहरबानी है, बड़ी बड़ी ज़्यादा मेहरबानी है जिहड़ा सानूं इतना प्यार दे रहे हैं तुसीं। और उम्मीद है इंशाअल्लाह अगां भी सानूं प्यार मिलता रहेगा और असीं तुहानूं वीडियो बना बना के दे जावांगे। हुण जनाब अपना तुहाडे सामने जनाब अली चाचे निसार साहब नूं गुजारिश करदे हां कोई गल सुणांदे तुहानूं जनाब। लो चाचा जी सुणाओ जरा। अस्सलाम वालेकुम जी। वालेकुम सलाम। मैं ਤੁਹਾਨੂੰ ਜਿਹੜੀ ਗੱਲ ਸੁਣਾਉਣ ਲੱਗਾ ਨਾ, ਮੈਂ ਸੁਣਾਉਣ ਲੱਗਾ ਖਾਸ ਹਰਾਮਦਿਆ ਦੀ ਤਰੇ ਦੋਸਤ ਸੀ। अच्छा, ਤਿੰਨੇ ਇੱਕ ਦੂਜੇ ਤੋਂ ਵੱਧ ਹਰਾਮਦੇ ਸੀ। खास हराम दे तो क्या मतलब? ਖਾਸ ਯਾਨੀ ਕਿ ਉਹਨਾਂ ਨੂੰ ਆਪਣੀ ਮਾਂ ਭੈਣ ਦੀ ਕਿਸੇ ਦੀ ਪਹਿਚਾਣ ਕੋਈ ਨਹੀਂ ਹੁੰਦੀ ਉਹਨਾਂ ਨੂੰ, ਯਾਨੀ ਕਿ ਉਹਨਾਂ ਨੂੰ ਤੇ ਖਾਸ ਕਰਦੇ ਆ। अच्छा, ठीक हो गया। ਉਹ ਨੂੰ ਕਹਿਣ ਲੱਗੇ ਵੀ ਕੋਈ ਕਾਰਨਾਮਾ ਕਰ ਬਾਈ। हाँ, ਉਹ ਜਨਾਬ ਦੇ ਸਾਹਮਣੇ ਮਾਈ ਖੜੀ ਸੀ, ਉਹ ਜਨਾਬ ਦੇ ਜਾ ਕੇ ਮਾਈ ਨੂੰ ਛੇੜ ਕੇ ਆ ਗਿਆ। अच्छा, ਉਹਨੇ ਕਿਹਾ ਮੈਂ ਤੇ ਮਾਈ ਨੂੰ ਛੇੜਾ। मैं तो अपना काम कर घर रहा आया। हूं। ਦੂਸਰੇ ਨੂੰ ਕਹਿਣ ਲੱਗੇ ਵੀ ਤੂੰ ਜਾ ਬਈ ਤੂੰ ਕਰਕੇ ਆ ਤੇ ਕਰ ਕੋ ਕੀ ਕਰਨਾ। ਉਹ ਗਿਆ ਮਾਈ ਨੂੰ ਧੱਕਾ ਮਾਰਿਆ, ਸੁੱਟਾ ਹੈ। अच्छा, ਉਹਨੇ ਕਿਹਾ ਮੈਂ ਵੀ ਆਪਣਾ ਕਰ ਆਇਆ। ਉਹ ਜਿਹੜਾ ਤੀਸਰਾ ਸੀ ਨਾ, ਉਹਨੂੰ ਕਹਿਣ ਲੱਗੇ ਲੈ ਵੀ ਹੁਣ ਤੂੰ ਵੀ ਕਰ। ਉਹਨੂੰ ਲੱਗਿਆ ਵੀ ਮੇਰਾ ਤੇ ਹੋ ਗਿਆ, हाँ, ਜਿਹਨੂੰ ਤੁਸੀਂ ਛੇੜ ਕੇ ਆ ਰਹੇ ਧੱਕਾ ਮਾਰ ਕੇ, ਮੇਰੀ ਮਾਂ ਆ ਤੇ ਮੈਂ ਹੁਣ ਕੀ ਕਰਨਾ, ਮੈਂ ਕਰਾਂ ਦੱਸੋ ਬਈ। ਹੈਂ? ਵੀ ਮੈਂ ਤੁਹਾਨੂੰ ਕੁਝ ਕਿਹਾ ਵੀ ਤੁਸੀਂ ਮੇਰੀ ਮਾਂ ਨੂੰ ਛੇੜਿਆ ਮੈਂ ਤੁਹਾਨੂੰ ਕੁਝ ਕਿਹਾ? ਤੇ ਉਹ ਇਸ ਤਰ੍ਹਾਂ ਹੀ ਜਨਾਬੇ ਨਾ ਉਹ ਗੱਲ ਚੱਲ ਆ ਗਈ ਮੌਲਵੀਆਂ ਦੀ ਯਾਦ ਕਿ ਇਮਾਮ ਮਸਜਿਦ ਨੇ ਨੀਅਤ ਬੰਨੀ ਸੀ ਤੇ ਪਿੱਛੇ ਜਮਾਤ ਕਰਾ ਰਿਹਾ ਸੀ हाँ, ਤੇ ਉਹ ਨਾ ਰਕਾਤ ਭੁੱਲ ਗਿਆ। अच्छा, ਜਿਹੜੀ ਤਿੰਨਾਂ ਰਕਾਤਾਂ ਤੇ ਸਲਾਮ ਫੇਰਤਾ। हम्म, ਹੁਣ ਸਾਰੇ ਬੰਦੇ ਇਹ ਕਹਿ ਰਹੇ ਕਿ 4 ਹੀ ਰਕਾਤਾਂ ਹੋਈਆਂ, ਮੌਲਵੀ ਵੀ ਕਹਿ ਰਿਹਾ 4 ਹੋਈਆਂ। ਇੱਕ ਬੰਦਾ ਮੇਰੇ ਲੱਗਾ ਬੈਠਾ ਸੀ, ਉਹਨੇ ਕਿਹਾ ਗੱਲ ਸੁਣੋ ਮੇਰੀ, हाँ, ਰਕਾਤਾਂ ਮੌਲਵੀ ਨੇ 3 ਪੜਾਈਆਂ ਨੇ, अच्छा, ਇੱਕ ਵੋਟ ਸਿਰਫ ਉਧਰ ਸੀ, ਬਾਕੀ ਸਾਰੇ ਕਹਿਣ 4 ਪੜਾਈਆਂ। हाँ, भी एक कह रहा है भी नहीं तीन हुई। 3 ਹੋਈਆਂ। ਉਹਨੇ ਕਿਹਾ ਜੀ ਤੂੰ ਸਬੂਤ ਦੇ ਕਿਸ ਤਰ੍ਹਾਂ 3 ਹੋਈਆਂ। ਹਾਂ। ਉਹਨੇ ਕਿਹਾ ਮੇਰੀਆਂ 4 ਦੁਕਾਨਾਂ, हाँ, ਮੈਂ ਜਨਾਬ ਪਹਿਲੀ ਦੁਕਾਨ ਦਾ ਪਹਿਲੀ ਦੁਕਾਨ ਦਾ ਹਿਸਾਬ ਕਰਨਾ, ਦੂਜੀ ਦਾ ਦੂਜੀ 'ਚ ਹਿਸਾਬ ਕਰਨਾ ਤੇ ਤੀਜੀ ਦਾ ਤੀਜੀ 'ਚ ਕਰਨਾ। ਜਦੋਂ ਮੈਂ ਤਿੰਨਾਂ ਦਾ ਕਰ ਲਿਆ ਤੇ ਚੌਥੀ ਮੇਰੀ ਤਾਂ ਦੁਕਾਨ ਦਾ ਹਿਸਾਬ ਰਹਿ ਗਿਆ, ਮੈਨੂੰ ਤਾਂ ਪਤਾ ਰਕਾਤ ਇੱਕ ਰਹਿ ਗਈ ਹੈ। ਉਹਨੇ ਕਿਹਾ ਮੰਨ ਲਓ ਭਾਈ ਜੀ ਇਹ ਸੱਚਾ ਆ, ਦੁਬਾਰਾ ਜਮਾਤ ਕਰਾ ਲਓ। ਲਓ ਜੀ। वाह जी वाह। अच्छा जनाब गल ये आ भी इस तरह ना अशुगल की गल सुनावा भी स्कूली ये बच्चे नहीं होंगे स्टूडेंट, ये बड़े लुच्चे होंगे, अपनी उम्र होंगी है कि शुगल की मेले की, इन्हों का ना स्टेशन तो गुजर होया स्टेशन वालों उत्थे एक माई झाड़ू दे रही थी ते ढेरियां इकट्ठी कर रही थी गंद दी। वो गंद दियां ढेरियां कर रही थी इकट्ठी, इन्होंने जांदे जांदे ना एक ने अं पैर मार के ढेरी खिलारती। ਉਹ ਮਾਈ ਨੂੰ ਬੜਾ ਗੁੱਸਾ ਆਇਆ। ਉਹਨੇ ਕਿਹਾ ਮੈਂ ਨਾ ਗੱਲ ਸੁਣ ਰਹੀ, ਉਹਨੇ ਕਿਹਾ ਮੈਂ ਨਾ ਝਾੜੂ ਦੇ ਕੇ ਨਾ ਤੇਰੇ ਚੁੱਦਰੇ ਤੇ ਲਾਹੌਰ ਭਜਾ ਦੂੰਗੀ। ਉਹ ਦੁਆ ਬੋਲਿਆ ਕਿ ਨਾਲ ਦਾ, ਉਹ ਕਹਿ ਰਿਹਾ ਮਾਸੀ 2 ਕਿੱਲੇ ਘੱਟ ਰੱਖੀ, ਮੈਂ ਛਾਦਰੇ ਉਤਰਨਾ 2-3 ਕਿੱਲੇ ਘੱਟ ਰੱਖ ਲਈ। ਇਹਨਾਂ ਤੋਂ ਅੱਲਾ ਮਾਫੀ ਦੇਵੇ ਨਾ, ਸ਼ੈਤਾਨ ਨੇ ਪਨਾਹ ਮੰਗ ਲਈ ਆ ਸਟੂਡੈਂਟਾਂ ਤੋਂ, ਬਹੁਤ ਔਤਰੇ ਹੁੰਦੇ ਆ। ਲਓ ਜੀ ਰਾਣਾ ਸਜਾਦ ਸਾਹਿਬ ਸੁਣਾਓ ਫਿਰ ਗੱਲ ਅੱਜ ਦੀ ਕੋਈ आप बीती कि जग बीती। हाँ अच्छा चल रहा, मैं चल रहा जी। अस्सलाम वालेकुम। सलामत टोए बड़ाई करेगी आवाज उच्चा रखी जी। बचपन च मेले मुले वाहवा लग्या करते सी, हुण तां तकरीबन शौक ही घट गए बंदे। बड़े शौक नाल मेले देखण जाने ते बड़े शौक नाल मेले देखण जाना, कोई 4-4 8-8 जने रल के जाना। सजना बेलियां ने लभणे किन्ने 4-4 हाँ वो थोड़े जे पैसे ਲੱਭਦੇ ਸੀ, थोड़े जब होते होंगे सी ना फिर ਬੜੀ ਰੱਜ ਉਹਨਾਂ ਕੇ ਪੈਸਿਆਂ ਨਾਲ ਸਰਕਾਰ ਮੇਰੀ ਜੀ ਮੇਲਾ ਦੇਖਣਾ। ਅੱਛਾ ਕਦੇ ਕੋਈ ਗੇਮ, ਕਦੇ ਕੋਈ, ਕਦੇ ਕੁੱਤਿਆਂ ਦੀ ਲੜਾਈ, ਕਦੇ ਘੋੜੇ ਨਾਚ, ਹਾਂ ਕਦੇ ਕਿੱਲਾ ਪੱਟਣ ਵਾਲੀ ਗੱਲ ਜੀ ਘੋੜਿਆਂ ਦਾ। ਬੜੀਆਂ ਗੇਮਾਂ ਹੁੰਦੀਆਂ ਸੀ, ਕਾਫੀ ਗੇਮਾਂ ਸੀ। ਉਸ ਤੋਂ ਬਾਅਦ ਜੀ ਬੰਦਿਆਂ ਦੀ ਕੁਸ਼ਤੀ ਵਗੈਰਾ, ਬੰਦਿਆਂ ਦੀ ਕਬੱਡੀ, ਹਾਂ ਤੇ ਉਸ ਤੋਂ ਬਾਅਦ ਬੜੇ ਬੜੇ ਸ਼ੁਗਲ, ਹਾਂ ਵਾਲੀਬਾਲ, ਹਾਂ ਤੇ ਸਾਰੇ ਸ਼ੁਗਲ ਮੁਗਲ ਦੇਖਣ ਨੂੰ ਰੱਜ ਕੇ ਖਾਣਾ ਪੀਣਾ।
ਉਸ ਤੋਂ ਬਾਅਦ ਸਰਕਾਰ ਵਿੱਚ 3-3 ਦਿਨ ਮੇਲੇ ਹੁੰਦੇ ਸੀ। ਫਿਰ ਉਹ ਉੱਥੇ ਰੋਟੀ ਪਾਣੀ ਵੀ ਲੱਭ ਜਿਆ ਕਰਦਾ ਸੀ ਕਿ ਵੀ ਮੇਲੇ ਤੇ ਆਮ ਲੰਗਰ ਆਮ ਆਮ ਹੁੰਦੇ ਹੁੰਦੇ ਸੀ, ਬਹੁਤੀ ਪਏ ਆ ਮਲੰਗ ਖਾ ਰਹੇ ਆ ਉੱਥੇ ਦੇਖ ਰਹੇ ਆ। ਉਸ ਤੋਂ ਬਾਅਦ ਹੀ ਆਪਣਾ ਨਾ ਵਾਪਸੀ ਤੇ ਬਹੁਤ ਘਰ ਭੂਤ ਤੇ ਉਹ ਪਰ ਬੜੇ ਸ਼ੁਗਰ ਹੁੰਦੇ। ਵਾਪਸੀ ਦੇ ਸਾਰਿਆਂ ਨੇ ਘਰ ਵਾਸਤੇ ਮਠਿਆਈ ਵੀ ਲੈ ਕੇ ਆਣੀ। ਜਲੇਬੀ ਤਾਂ ਲਿਆ ਕਰਦੇ ਸੀ, ਜਲੇਬੀ ਬੜੀ ਮਸ਼ਹੂਰ ਸੀ ਹਾਂ। ਮੇਲੇ ਤੇ ਜਾ ਰਹੇ ਜਲੇਬੀ ਲਿਆਈ ਬਈ। ਉੱਥੇ ਆਪ ਖਾਣਾ ਪੀਣਾ, ਬੇਲੀਆਂ ਨੇ ਵੀ ਖਾਣਾ ਪੀਣਾ, ਹਾਂ ਸਾਰਿਆਂ ਦੇ ਸਾਰਾ ਕੁਝ ਪੈਸੇ ਹੁੰਦੇ ਸੀ। ਹੁੰਦੇ ਸੀ ਤੇ ਘਰ ਸਰਕਾਰ ਮੇਰੀ ਘਰ ਵਾਲਿਆਂ ਵਾਸਤੇ ਵੀ ਲੈ ਆਣਾ। ਬਿਲਕੁਲ। ਇਸ ਤਰ੍ਹਾਂ ਫਿਰ ਕਰਕੇ ਇੱਕ ਹੋਰ ਹੁੰਦੀ ਸੀ ਗੱਲ ਜਦੋਂ ਮੇਲੇ ਤੇ ਜਾਣ ਦਾ ਟਾਈਮ ਹੁੰਦਾ ਸੀ ਨਾ ਸ਼ਹਿਰੀ ਵੀ ਜਾ ਰਹੇ ਆ, ਉਦੋਂ ਪੁੱਛਣ ਨੇ ਕਿੱਧਰ ਚੱਲਿਆ, ਮੇਲੇ ਤੇ ਹਾਂ ਮੇਲਾ ਦੇਖਣ ਚੱਲਿਆ। ਜਦੋਂ ਵਾਪਸੀ ਤੇ ਆਉਂਦੇ ਨੂੰ ਪੁੱਛਣਾ ਕਿੱਧਰੋਂ ਆਇਆ, ਮੇਲੇ ਤੇ ਗਿਆ ਸੀ, ਮੇਲੇ ਨੂੰ ਉਹ ਜੇ ਬੱਸ ਹੋਈ ਹੁੰਦੀ ਸੀ ਘਰਦਿਆਂ ਨੂੰ ਚਿੱਤਰ ਵੀ ਖੜੇ ਹੁੰਦੇ ਸੀ। ਇਸ ਤਰ੍ਹਾਂ ਦਾ ਗੱਲ ਸੀ। ਉਹ ਤਾਂ ਜਨਾਬ ਨਾ ਇੱਕ ਮੈਨੂੰ ਗੱਲ ਯਾਦ ਆ ਗਈ, ਇਹ ਸਾਡੇ ਨਾ ਭਾਈ ਆ ਮੀਰ ਆਲਮ, ਸਾਡੇ ਵੀਰ ਆ ਇਹ, ਲੇਕਿਨ ਇਹ ਬੜੀ ਨਾ ਨਾਜ਼ੁਕ ਜੀ ਕੌਮ, ਲਾਡਲੀ ਜੀ ਕੌਮ ਆ। ਇਹਨਾਂ ਦੀਆਂ ਅਕਸਰ ਗੱਲਾਂ ਬਣੀਆਂ ਹੋਈਆਂ ਅਸਲ ਬੰਦੇ ਸੁਣਾਉਂਦੇ ਆ ਸ਼ੁਗਲ ਮੇਲੇ ਦੀਆਂ। ਉਹ ਇਸੇ ਤਰ੍ਹਾਂ ਨਾ ਇੱਕ ਮੀਰ ਆਲਮ ਤਾਂ ਤੇ ਉਹਨਾਂ ਤੇ ਨਾ ਵਾਹਵਾ ਗੁਰਬਤ ਪਿੰਡ 'ਚ ਰਹਿੰਦੇ ਸੀ, ਗੁਰਬਤ ਸੀ ਤੇ ਜਨਾਬ ਮੇਰੇ ਉਹਨੂੰ ਨਾ ਪਿੰਡ ਵਾਲੇ ਨੇ ਦਾਣਾ ਦੋ ਕੇ ਸਾਰਾ ਦੇਣਾ, ਉਹਨੂੰ ਇਹਦੀ ਖਿਦਮਤ ਕਰਿਆ ਕਰਦੇ ਸੀ। ਉਹਦਾ ਵਿਚਾਰੇ ਦਾ ਗੁਜ਼ਰ ਬਸਰ ਵਾਹਵਾ ਹੋ ਜਾਂਦਾ ਸੀ, ਬੱਚੇ ਵਾਹਵਾ ਸੀਗੇ ਸਿਆਦ ਉਹਦੇ ਕੋਲ। ਉਹ ਜਨਾਬ ਮੌਲਵੀ ਨੇ ਨਾ ਮਸਜਿਦ ਦੇ ਨੇ ਉਹਨਾਂ ਦੇ ਪਿੰਡ ਦੇ ਨੇ ਐਲਾਨ ਇੱਕ ਦਿਨ ਜੁਮੇ ਨੂੰ ਜਨਾਬ ਮਸਲਾ ਕਰ ਪਿਆ ਵੀ ਇਹਨਾਂ ਨੂੰ ਜਿਹੜਾ ਨਾ ਮੀਰ ਆਲਮ ਮਰਾਸੀਆਂ ਨੂੰ ਦਿਆ ਲੱਗਦਾ ਨਹੀਂ, ਅੱਲਾ ਵਾਸਤਾ ਲੱਗਦਾ ਨਹੀਂ, ਹੱਟੇ ਘੱਟੇ ਆ ਕਿ ਇਹਨਾਂ ਨੂੰ ਖਰੈਤ ਨਹੀਂ ਲੱਗਦੀ, ਇਹਨਾਂ ਨੂੰ ਨਾ ਦਿਆ ਕਰੋ। ਉਹ ਲੋਕਾਂ ਨੇ ਜਨਾਬ ਉਹਨਾਂ ਨੂੰ ਦੇਣਾ ਬੰਦ ਕਰ ਦਿੱਤਾ। ਉਹਨੇ ਕਿਹਾ ਲੈ ਵੀ ਚੰਗੇ ਰਹਿ ਗਏ। ਉਹ ਮੀਰ ਆਲਮ ਬੜਾ ਪਰੇਸ਼ਾਨ, ਹੁਣ ਬੱਚੇ ਭੁੱਖ ਸ਼ੁਰੂ ਹੋ ਗਈ, ਜਿਹੜੇ ਬੂਹੇ ਤੇ ਜਾਇਆ ਕਰੇ ਉਹ ਕਿ ਨਾ ਵੀ ਤੁਹਾਨੂੰ ਤੂੰ ਹੱਟੇ ਕੱਟੇ ਕਮਾਓ ਖਾਓ, ਵਾਹ ਇਹ ਮੰਗਣ ਵਾਲਾ ਕਿਹੜਾ ਤੁਹਾਨੂੰ ਨਹੀਂ ਲੱਗਦਾ, ਮੌਲਵੀ ਨੇ ਮਸਲਾ ਨਹੀਂ ਕਰਿਆ। ਉਹਨੇ ਕਿਹਾ ਚੰਗਾ। ਉਹਨੇ ਆਪਣੀ ਬੀਵੀ ਨੂੰ ਕਿਹਾ ਵੀ ਕਰਮ ਵਾਲੀ ਇੱਥੋਂ ਹੁਣ ਚੱਲੀਏ, ਇੱਥੋਂ ਆਪਾਂ ਨੂੰ ਕਿਸੇ ਨੇ ਕੁਝ ਨਹੀਂ ਦੇਣਾ, ਬੱਚੇ ਵੀ ਭੁੱਖ ਨਾਲ ਮਾਰਨੇ ਆ, ਕਿਧਰੇ ਦੂਰ ਚੱਲਦੇ। ਉਹ ਜਨਾਬ ਨਾਲ ਕਾਫੀ ਦੂਰ ਚਲੇ ਗਏ ਉਸ ਪਿੰਡ ਤੋਂ, ਆਪਣੇ ਬੱਚੇ ਵੀ ਲੈ ਗਿਆ, ਬੀਵੀ ਵੀ ਲੈ ਗਿਆ। ਦੂਰ ਜਾ ਕੇ ਜਨਾਬ ਉਹਨੇ ਹੁਣ ਕੀ ਕੰਮ ਕਰਿਆ ਵੀ ਜਨਾਬ ਆਪਣੀ ਨਾ ਦਾੜੀ ਵਧਾਣੀ ਸ਼ੁਰੂ ਕਰ ਦਿੱਤੀ। ਉਹਨੇ ਕਿਹਾ ਵੀ ਕਿ ਸੌਣ ਨੂੰ ਤਾਂ ਲਾਈਏ ਹੁਣ। ਉਹਨੇ ਜਨਾਬ ਨਾਲ ਵਾਹ ਕੋਈ ਚਾਚੇ ਕੋਈ ਸਾਲ ਡੇਢ ਬਾਹਰ ਰਿਹਾ ਤੇ ਚੰਗੀ ਜਨਾਬ ਉਹਨੇ ਦਾੜੀ ਪੂਰਾ ਮਾਂ ਮਸਜਿਦ ਬਣ ਗਈ, ਚੰਗੀ ਦਾੜੀ ਦੂੜੀ ਰੱਖ ਕੇ ਇੱਕ ਨਾਲ ਜਨਾਬ ਉਹਨੇ ਚੇਲਾ ਵੀ ਤਿਆਰ ਕਰ ਲਿਆ। ਦੁਬਾਰੇ ਜਨਾਬ ਉਹ ਚੇਲਾ ਤੇ ਉਹ ਜਨਾਬ ਉਸ ਪਿੰਡ 'ਚ ਹੀ ਆ ਜਾਂਦੇ, ਉਸੇ ਪਿੰਡ ਜਿੱਥੋਂ ਗਿਆ ਸੀ, ਭੇਸ ਬਦਲ ਕੇ ਨਾ ਆਪਣਾ ਪੂਰਾ ਇਮਾਮ ਮਸਜਿਦ ਬਣ ਗਈ, ਉਸ ਪਿੰਡ 'ਚ ਹੀ ਆ। ਹੁਣ ਨਵਾਜ਼ ਦਾ ਟਾਈਮ ਸੀਗਾ, ਮਸਜਿਦ ਚਲਿਆ ਗਿਆ ਜਨਾਬ ਮੀਰ ਆਲਮ ਸਾਹਿਬ ਵੀ, ਦਾੜੀ ਦੂੜੀ ਪਛਾਣ 'ਚ ਕੋਈ ਨਾ ਆਵੇ ਵੀ ਉਹੀ। ਉਹ ਜਨਾਬ ਉੱਥੇ ਅਸੂਲ ਹੁੰਦਾ ਵੀ ਜਿਹੜਾ ਕੋਈ ਮੌਲਵੀ ਟਾਈਪ ਹੁੰਦਾ ਉਹਨੂੰ ਕਹਿੰਦੇ ਆ ਵੀ ਚਲੋ ਜੀ ਮਸੱਲੇ ਤੇ ਤੁਸੀਂ ਹੋ ਜਾਓ, ਜਮਾਤ ਕਰਾਓ ਜੀ। ਉਹਨਾਂ ਨੇ ਕਿਹਾ ਵੀ ਇਹ ਵੀ ਮੌਲਵੀ ਹੋਣਾ ਕੋਈ। ਉਹਨੇ ਕਿਹਾ ਇਤਨੀ ਜ਼ਿਆਦਾ ਗਰਮੀ ਪੈ ਰਹੀ ਹੈ ਨਾ ਹਾਂਜੀ ਕਿ ਬੰਦਿਆਂ ਕੋਲ ਸਵੇਰ ਸਾਜਰੇ ਉੱਠ ਕੇ ਜੇ ਕੰਮ ਕਰ ਲਿਆ ਨਹੀਂ ਤਾਂ ਕੋਈ ਨਹੀਂ ਕੰਮ। ਬਹੁਤ ਗਰਮੀ ਜੀ, ਬਹੁਤ ਗਰਮੀ ਹੈ। ਇਸ ਗਰਮੀ 9-10 ਕਰਕੇ ਵਜੇ ਤੋਂ ਬਾਅਦ ਤਾਂ ਬਾਹਰ ਨਿਕਲੇ ਵੀ ਇਹੀ ਸਮਝ ਲਓ ਵੀ ਫਸਲਾਂ ਸੁੱਕਣੀਆਂ ਸ਼ੁਰੂ ਕਰ ਦਿੱਤੀਆਂ। ਉਹਦੇ 'ਚ ਆ ਕੇ ਸਾਡੇ ਕੋਲ ਇੱਕ ਬੂਟਾ ਪਿਆ ਤੇ ਅੱਜ ਦੇ ਦਿਨ ਦੇ ਵਿੱਚ ਹੀ ਸਰਕਾਰ ਵੀ ਜ਼ਿੰਦਾ ਮਿਸਾਲ ਹੈ, ਤੁਹਾਨੂੰ ਮੁਰੱਬੇ ਤੇ ਲਿਜਾ ਨਹੀਂ ਸਕਦੀ ਤੇ ਆ ਬੂਟੇ ਨੂੰ ਦੇਖ ਲਓ ਕੀ ਹਾਲ ਹੋਇਆ, ਸੁੱਕਦੇ ਜਾ ਰਹੇ। ਬਹੁਤ ਗਰਮੀ। ਅਗਰ ਇਹੀ ਗਰਮੀ ਰਹੀ ਤਾਂ ਬੰਦੇ ਸੁੱਕਣ ਲੱਗ ਜਾਏ। ਅੱਲਾਹ ਪਾਕ ਆਪਣੀ ਰਹਿਮਤ ਕਰੇ ਜੀ, ਰਹਿਮਤ ਦੀ ਬਾਰਿਸ਼ ਦੇ, ਮੌਸਮ ਖੁੱਲਣਗੇ ਫਿਰ। ਕੁਝ ਪਤਾ ਨਹੀਂ ਜ਼ਿਮੀਂਦਾਰਾਂ ਦੇ ਸਾਡਿਆਂ ਦੇ ਕੰਮ ਨਹੀਂ ਚੰਗੇ, ਕੁਝ ਰੇਟ ਸਖਤੀ ਆਈ ਹੋਈ ਹੈ, ਕੋਈ ਰੇਟ ਨਹੀਂ ਚੰਗਾ, ਕਣਕ ਕਿਲੋ ਬੰਦੇ ਭਰੇ ਪਏ ਹੈ। ਅੱਛਾ ਫਸਲਾਂ ਦਾ ਰੇਟ ਹੀ ਕੋਈ ਨਹੀਂ, ਇਸ ਕਰਕੇ ਸਰਕਾਰ ਮੇਰੀ ਜ਼ਿਮੀਂਦਾਰ ਪਰੇਸ਼ਾਨ, ਬਹੁਤ ਪਰੇਸ਼ਾਨ। ਅੱਲਾਹ ਤਾਲਾ ਇਹਨਾਂ ਦੇ ਰਹਿਮ ਫਰਮਾਵੇ। ਬਿਲਕੁਲ ਬਹੁਤ ਪਰੇਸ਼ਾਨ, ਮਹਿੰਗਾਈ ਵੀ ਬੜੀ ਹੈ, ਹਰ ਸ਼ਾਇ ਬਰਦਾਸ਼ਤ ਵਾਲੀ ਗੱਲ ਹੈ, ਬਾਕੀ ਗਰਮੀ ਬਰਦਾਸ਼ਤ ਕਰਨੀ ਔਖੀ। ਅੱਲਾਹ ਖੈਰ ਕਰੇਗਾ ਜੀ। ਅੱਛਾ ਤੁਹਾਨੂੰ ਇੱਕ ਗੱਲ ਸੁਣਾਈਏ ਹੋਰ ਚਾਚਾ ਜੀ। ਇਹ ਕਿਸੇ ਤਰ੍ਹਾਂ ਮੀਰ ਆਲਮ ਥਾ ਔਰ ਬੱਚੇ ਦੇ ਉਹਦੇ ਕੋਲ 10-11, ਬਹੁਤ ਗੁਰਬਤ ਸੀ ਤੇ ਉਹਦਾ ਨਾ ਗੁਜ਼ਰ ਬਸਰ ਕੋਈ ਨਾ ਹੋਵੇ ਪਿੰਡ 'ਚ। ਉਹਨੇ ਕਿਹਾ ਵੀ ਇੱਥੋਂ ਨਾ ਕਿਧਰੇ ਹੋਰ ਚੱਲੀਏ, ਵੀ ਇੱਥੋਂ ਵਾਲੇ ਲੋਕ ਜਿਹੜੇ ਨੇ ਤਾਮਲ ਨਹੀਂ ਕਰਦੇ, ਕਿਧਰੇ ਹੋਰ ਚੱਲਦੇ। ਉਹ ਜਨਾਬ ਕੋਈ ਥੋੜਾ ਜਿਹਾ ਦੁਰੇਡਾ ਉਹਨੇ ਸਫ਼ਰ ਕਰਿਆ, ਬੱਚੇ ਵੀ ਨਾ ਬੱਚੇ ਬੁੱਚੇ ਪਿੱਛੇ ਛੱਡੇ, ਆਪ ਹੀ ਇਕੱਲੇ ਚੱਲਿਆ। ਉਹਨੇ ਸੋਚਿਆ ਇਹ ਵੀ ਪੀਰੀ ਮਰੀਦੀ ਸ਼ੁਰੂ ਕਰ ਦੇ। ਅੱਛਾ ਮੈਂ ਕਿਹਾ ਸ਼ਾਇਦ ਪਹਿਲਾਂ ਪਤਾ ਕਰ ਚੱਲਿਆ ਵੀ ਅਗਲੇ ਪਿੰਡ ਵਾਲੇ ਸਾਨੂੰ। ਉਹਨੇ ਕਿਹਾ ਥੋੜਾ ਜਿਹਾ ਇਸ ਪਿੰਡ ਤੋਂ ਦੂਰ ਨਿਕਲਦਾ,
ਉੱਥੇ ਜਾਂਦਾ ਵੀ ਜਿੱਥੇ ਮੇਰੀ ਸਿਆਣ ਪਛਾਣ ਨਾ ਹੋਵੇ, ਉੱਥੇ ਜਾ ਕੇ ਨਾ ਪੀਰੀ ਮਰੀਦੀ ਸ਼ੁਰੂ ਕਰਦੇ ਆ, ਪੀਰਾਂ ਵਾਲਾ ਕੰਮ ਵੀ ਇਹਦੇ ਚ ਅੱਜ ਕੱਲ੍ਹ ਰੁਪਈਏ ਚੰਗੇ ਫਸਦੇ। ਲਓ ਜਨਾਬ ਮੇਰੀ ਉਹ ਨਿਕਲ ਗਿਆ ਤੇ ਉੱਥੋਂ ਦੇ ਬਾਦਸ਼ਾਹ ਨੂੰ, ਜਿਹੜੇ ਉੱਥੋਂ ਦਾ ਚੌਧਰੀ ਦਾ ਜਾਂ ਬਾਦਸ਼ਾਹ ਤਾਂ ਉਸ ਇਲਾਕੇ ਦਾ, ਉਹਨੂੰ ਖਾਬ ਆਇਆ ਵੀ ਜਿਹੜਾ ਮਸ਼ਰਕ ਵਾਲੀ ਸਾਈਡ ਤੋਂ ਬੰਦਾ ਸੁਬਾਹ ਸਾਜਰੇ ਇਸ ਪਿੰਡ 'ਚ ਦਾਖਲ ਹੋਊਗਾ ਨਾ, ਉਸ ਦਾ ਤੂੰ ਮੁਰੀਦ ਹੋਣਾ। ਉਸ ਬਾਦਸ਼ਾਹ ਨੂੰ ਜਾਂ ਲੰਬਰਦਾਰ ਲਾ ਲਓ, ਚੌਧਰੀ ਲਾ ਲਓ ਉਸ ਪਿੰਡ ਦਾ, ਉਹਨੂੰ ਖਾਬ ਆਇਆ ਕਿ ਜਿਹੜਾ ਮਸ਼ਰਕ ਵਾਲੀ ਸਾਈਡ ਤੋਂ ਇਸ ਪਿੰਡ 'ਚ ਪਹਿਲਾ ਬੰਦਾ ਗੁਜ਼ਰ ਵੜਨਾ ਨਾ, ਉਸ ਨੂੰ ਤੂੰ ਆਪਣਾ ਪੀਰ ਮੰਨਣਾ ਤੇ ਉਹਨੂੰ ਉਹਦਾ ਮੁਰੀਦ ਹੋਣਾ। ਲਓ ਜੀ ਉਹ ਵੀ ਜਨਾਬ ਕਰਮ ਵਾਲਾ ਵੜਿਆ, ਲੋਕਾਂ ਨੇ ਦੇਖਿਆ ਲੈ ਵੀ ਆਹ ਬੰਦਾ ਪਹਿਲਾਂ ਵੜਿਆ, ਬਾਦਸ਼ਾਹ ਨੂੰ ਇਤਲਾਹ ਕਰੀ ਵੀ ਫਲਾਣਾ ਬੰਦਾ ਆ ਕੇ ਵੜਿਆ ਜੀ। ਉਹ ਜਨਾਬ ਮੇਰੀ ਉਹਨੂੰ ਲੈ ਗਏ ਬਾਦਸ਼ਾਹ ਕੋਲ। ਉਹ ਜਨਾਬ ਲਈ ਉਹਨਾਂ ਦਾ ਮੁਰੀਦ ਹੋ। ਉਹਨੇ ਕਿਹਾ ਜੀ ਮੈਂ ਇਹ ਨਾ ਖਾਬ ਦੇਖਿਆ ਸੀ, ਤੁਸੀਂ ਅੱਲਾਹ ਤਾਲਾ ਨੇ ਦੀ ਤਰਫੋਂ ਇਹ ਹੋਇਆ ਕਿ ਤੁਸੀਂ ਪਹਿਲਾਂ ਵੜੇ ਆ, ਮੈਂ ਤੁਹਾਡਾ ਮੁਰੀਦ ਹੋ। ਉਹ ਜਨਾਬ ਉਹਦਾ ਮੁਰੀਦ ਹੋ ਗਿਆ। ਜਦੋਂ ਮੁਰੀਦ ਹੋ ਗਿਆ, 5-7 ਨੌਕਰ ਨੁਕਰਾਣੀ ਉਹਦੀ ਖਿਦਮਤ ਤੇ ਉਹਨੇ ਗੱਲਾਂ ਚੰਗੀਆਂ ਮੌਜਾਂ ਬਣ ਗਈਆਂ। ਉਧਰ ਤਾਂ ਵਿਚਾਰਾ ਭੁੱਖ ਨੂੰ ਮਰਦਾ ਨਿਕਲਿਆ ਸੀਗਾ। ਉਹ ਤਾਂ ਜਨਾਬ ਮੇਰੀ ਨਾ ਉਹਨੇ ਪਿਛਾ ਵੀ ਮਾਲ ਭੇਜਣਾ ਸ਼ੁਰੂ ਕਰਤਾ, ਬੱਚਿਆਂ ਬੁੱਚਿਆਂ ਕੋਲ ਵੀ ਲੰਗਰ ਪਾਣੀ ਖਾਸਾ ਜਨਾਬ ਵੇਲੇ ਉਹਦੀ ਤਾਂ ਨਾ ਚਹਿਲ ਪਹਿਲ ਉੱਥੇ ਚੰਗੀ ਹੋ ਗਈ, ਬੜੀ ਪੂਜਾ ਪਾਠ ਉਹਦੀ ਕਰਿਆ ਕਰਨ ਜਨਾਬ ਉਹ ਜਿਹੜਾ ਬਾਦਸ਼ਾਹ ਸੀ। ਜਦੋਂ ਵਾਹਵਾ ਦਿਨ ਹੋ ਗਏ ਨਾ ਤੇ ਵਾਹਵਾ ਉਹਨੇ ਮਾਲੂਮ ਕਰਿਆ ਵੀ ਕੋਈ 2-4 ਸਾਲਾਂ ਦਾ ਲੰਗਰ ਪਾਣੀ ਇਕੱਠਾ ਹੋ ਗਿਆ ਪਿਛਾ ਵੀ। ਉਹਦੇ ਹੁਣ ਇੱਕ ਦਿਨ ਜ਼ਿਹਨ 'ਚ ਗੱਲ ਆਈ ਵੀ ਯਾਰ ਇੱਥੇ ਕੋਈ ਹੋ ਸਕਦਾ ਪਿੱਛੋਂ ਬੰਦਾ ਆ ਜੇ, ਆ ਕੇ ਮੇਰਾ ਸਾਰਾ ਪਰਦਾ ਜ਼ਾਹਰ ਕਰ ਦੇਵੇ ਵੀ ਇਹ ਤਾਂ ਫਲਾਣਾ ਬੇਲੀ ਆ, ਵੀ ਇੱਥੋਂ ਨਾ ਹੁਣ ਕੋਈ ਬਹਾਨਾ ਬੁਲਾ ਕੇ ਨਿਕਲ ਜੇ ਤੇ ਚੰਗਾ, ਵਰਨਾ ਵਾਹਵਾ ਅਰਸਾ ਹੋ ਗਿਆ, ਹੁਣ ਰੋਟੀ ਦੀ ਜੀ ਵਾਹਵਾ ਇਕੱਠਾ ਹੋ ਗਿਆ ਪਿੱਛੇ। ਉਹਨੇ ਜਨਾਬ ਕਿਹਾ ਵੀ ਹੁਣ ਇੱਥੋਂ ਕੀ ਬਹਾਨਾ ਲਾਵਾਂ ਤੇ ਕਿਵੇਂ ਨਿਕਲਾਂ। ਉਹਨੇ ਸੋਚਿਆ ਵੀ ਇਹ ਜੀ ਕਰਦੇ ਆ ਵੀ ਜਿਸ ਵੇਲੇ ਉਹ ਚੌਧਰੀ ਜਾਂ ਪੀਰ ਜਿਹੜਾ ਉਹ ਬਾਦਸ਼ਾਹ ਸੀ ਵੀ ਆਪਣੀ ਕਚਹਿਰੀ 'ਚ ਬੈਠੇਗਾ ਨਾ, ਵੀ ਜਿਹੜਾ ਮੇਰੇ ਕੋਲ ਖੂੰਡਾ ਉਹਦੇ ਨਾਲ ਨਾ ਉਸਦਾ ਜਿਹੜਾ ਸਿਰ ਤੇ ਤਾਜ ਜਾਂ ਪੱਗ ਤੀ ਵੀ ਉਹਨੂੰ ਮਾਰੂੰਗਾ, ਉਹ ਨਾਰਾਜ਼ ਹੋਊਗਾ, ਉਹ ਜਨਾਬ ਮੈਨੂੰ ਭਜਾ ਦੂ। ਲਓ ਜੀ ਇਸ ਤਰ੍ਹਾਂ ਮਹਿਫਿਲ 'ਚ ਬੈਠਾ ਸੀ ਉਹ ਜਿਹੜਾ ਬਾਦਸ਼ਾਹ ਸੀ, ਤੇ ਜਨਾਬ ਉਹਨੂੰ ਕੀ ਲਹਿਰ ਆਈ, ਉਹਨੇ ਉਹ ਜਿਹੜਾ ਉਹਦੇ ਖੂੰਡਾ ਸੀ ਨਾ ਉਹਦੇ ਨਾ ਉਹ ਸਿਰ ਨੂੰ ਪਾਇਆ, ਉਹਦੀ ਪਗੜੀ 'ਚ ਘੁਮਾ ਕੇ ਉਹ ਮਾਰੀ। ਉਹ ਪਗੜੀ ਜਿਸ ਵੇਲੇ ਡਿੱਗੀ, ਅੱਲਾ ਦਾ ਕਰਨਾ ਕੀ ਹੋਇਆ ਵੀ ਉਹਦੇ ਵਿੱਚੋਂ ਨਾ ਸੱਪ ਨਿਕਲ ਕੇ ਤੁਰਨਾ ਸ਼ੁਰੂ ਹੋ ਗਿਆ। ਲੋਕਾਂ ਨੇ ਦੇਖਿਆ, ਉਹਨੇ ਗੱਲ ਆ ਵੀ ਹੁਣ ਮੈਂ ਡੁੱਬ ਪੀਰ ਸਾਹਿਬ ਤਾਂ ਬੜੀ ਕਰਨੀ ਵਾਲਾ ਕਿਹਾ ਵੀ ਮੈਂ ਜਾਣ ਦਾ ਬਹਾਨਾ ਬਣਾਇਆ ਸੀ, ਜਦੋਂ ਹੱਡ ਨਹੀਂ ਜਾਣ। ਪੀਰ ਨੇ ਉਹਨੇ ਬਾਦਸ਼ਾਹ ਦੇ ਜਨਾਬ ਜਾ ਕੇ ਉਹਨੂੰ ਚੁੰਮਿਆ, ਜੱਟਿਆ ਵੀ ਜਨਾਬ ਅਗਰ ਤੁਸੀਂ ਇਹ ਹਰਕਤ ਨਾ ਕਰਦੇ ਇਹ ਸੱਪ ਤਾਂ ਮੈਨੂੰ ਲੜ ਜਾਣਾ ਸੀਗਾ। ਵੀ ਦੇਖ ਮੇਰਾ ਮੁਰਸ਼ਿਦ ਕਦੀ ਨਜ਼ਰ ਆਣਾ ਵੀ ਉਹਨੂੰ ਪਤਾ ਲੱਗੇ ਮੇਰੀ ਪੱਗ 'ਚ ਨਾ ਸੱਪਾਂ ਤੇ ਉਹਨੇ ਉੱਤੋਂ ਝੂਟਾ ਮਾਰ ਕੇ ਉੱਪਰ ਸਿੱਟਿਆ। ਹੁਣ ਮੇਰੇ ਨਾਲ ਬੜਾ ਪਰੇਸ਼ਾਨ ਵੀ ਹੋਏ, ਤੱਕ ਬਹਾਨਾ ਨਾ ਚੱਲਿਆ ਹੋਈ, ਚੰਗੇ ਰਹਿ ਗਏ। ਚਲੋ ਫੇਰ ਕੋਈ 8-10 ਦਿਨ ਟੱਪੇ, ਉਹਨੇ ਫੇਰ ਸੋਚਿਆ ਵੀ ਹੁਣ ਇੱਥੋਂ ਨਿਕਲਣਾ ਤਾਂ ਹੈ, ਵੀ ਮੇਰਾ ਰਾਜ ਫਾਸ਼ ਹੋ ਜਾਣਾ ਤੇ ਮੈਨੂੰ ਇਹਨਾਂ ਨੇ ਮਾਰਨੇ ਜੁੱਤੀਆਂ ਵੀ ਆਏ ਹੋਏ ਤੂੰ ਬਈ। ਅੱਛਾ ਉਹਨੇ ਜਨਾਬ ਲਈ ਕੁਝ ਦਿਨ ਗੁਜ਼ਰੇ ਨਾ, ਉਹ ਜਿਹੜਾ ਦੋਵੇਂ ਜੀ ਮੀਆਂ ਬੀਵੀ ਨਾ ਪਏ ਸੀਗੇ, ਗਰਮੀਆਂ ਦੀ ਮੌਸਮ ਸੀ, ਉਹ ਪਏ ਸੀ। ਉਹਨੇ ਜਨਾਬ ਕੀ ਕੰਮ ਕਰਿਆ, ਦੋਵਾਂ ਨੂੰ ਨਾ ਵਾਲਾਂ ਤੋਂ ਫੜਿਆ ਤੇ ਖਿੱਚ ਕੇ ਜਨਾਬ ਦੀ ਬਾਹਰ ਲਿਆ। ਉਹ ਪੀਰ ਨੇ ਜਿਵੇਂ ਹਾਲ 'ਚ ਪਏ ਆ ਉਸ ਪੀਰ ਨੇ ਦੋਵਾਂ ਨੂੰ ਫੜਿਆ ਵੀ ਐਸੀ ਹਰਕਤ ਕਰਾਂਗੇ, ਗੁੱਸਾ ਕਰਨ ਤੇ ਮੈਨੂੰ ਤੋਂ ਭਜਾਣ। ਮਕਸਦ ਹਾਂ ਮਕਸਦ ਤੇ ਸੀ ਮੈਨੂੰ ਇੱਥੋਂ ਨਾ ਇਹ ਭਜਾਣ। ਉਹਨੇ ਜਨਾਬ ਦੋਵੇਂ ਧਰੂ ਕੇ ਨਾ ਬਾਹਰ ਲਿਆ। ਜਦੋਂ ਬਾਹਰ ਲਿਆਂਦੇ ਅੱਲਾ ਦੀ ਕਰਨੀ ਕਿਹਾ ਵੀ ਜ਼ਲਜ਼ਲਾ ਆਇਆ, ਸਾਰੇ ਮਕਾਨ ਜਨਾਬ ਥੱਲੇ ਡਿੱਗ। ਉਹਨੇ ਕਿਹਾ ਮੇਰੇ ਉਹਨੇ ਕਿਹਾ ਵੀ ਇਹ ਤਾਂ ਮੈਂ ਤਾਂ ਇੱਥੇ ਹੀ ਮਰੂੰਗਾ। ਮੈਂ ਜਿਹੜਾ ਆਪ ਨੂੰ ਪੁੱਠਾ ਕੰਮ ਕਰਦਾ ਉਹ ਸਿੱਧਾ ਕਰ ਦਿੰਦੀ। ਉਹ ਤਾਂ ਜਨਾਬ ਖਾਰ ਬਲਾ ਛੱਤਾਂ ਗਿਰ ਗਈਆਂ। ਉਹ ਜਨਾਬ ਦੋਵੇਂ ਜੀ ਉਹਦੇ ਅੱਗੇ ਹੱਥ ਬੰਨ ਕੇ ਖੜ ਕੇ ਵੀ ਬੜਾ ਇਨਾਮ ਕਿਨਾਮ ਉਹਨੇ ਨਾ ਵਾਲ ਮਹਿਸੂਸ ਕਰਿਆ ਵੀ ਸਾਡੇ ਭਤੀਜੇ ਐ ਕੁਝ ਹੋਰ ਨੇ ਤਾਂ ਜਨਾਬ ਹੋਰ ਉਹਨੂੰ ਮਾਲ ਚਾਲ ਦਿਆ। ਵਾਹ ਬਈ ਵਾਹ ਪੀਰ ਜੀ। ਉਹਨੇ ਗੱਲ ਹੈ ਬਈ ਜਿਹੜਾ ਨਾ ਇਹ ਨਹੀਂ ਹੱਲਣ ਦਿੰਦੇ, ਇਹ ਕਹਾਣੀ ਕੋਈ ਨਹੀਂ ਬਣਨੀ। ਉਹ ਤਾਂ ਜਨਾਬ ਗੱਲ ਕਿਹਾ ਵੀ ਉਹਨੇ ਕਿਹਾ ਵੀ ਇੱਥੋਂ ਹੁਣ ਕੋਈ ਨਹੀਂ ਜਾਇਆ ਜਾਣਾ। ਹੁਣ ਇਹਨਾਂ ਨੂੰ ਮੈਂ ਸਾਫ਼ ਗੱਲ ਕਰਦਾ। ਉਹਨਾਂ ਨੇ ਕਿਹਾ ਵੀ ਮੈਂ ਜੀ ਫਲਾਣੇ ਪਿੰਡ ਦਾ ਮੀਰ ਆਂਦਮ, ਮੈਂ ਤਾਂ ਭੁੱਖ ਮਰਦਾ ਨਾ ਪੀਰ ਦਾ ਵੇਸ ਬਣਾ ਕੇ ਚੋਲਾ ਪਾ ਕੇ ਇੱਧਰ ਨੂੰ ਨਿਕਲਿਆ ਸੀ ਜੀ, ਤੇ ਤੁਸੀਂ ਮੈਨੂੰ ਸੱਚੀ ਦਾ ਪੀਰ ਬਣਾ ਲਿਆ ਤੇ ਮੈਂ ਜਿਹੜੀਆਂ ਹਰਕਤਾਂ ਕਰੀ ਸਾਫ਼ ਗੱਲ ਉਹਨੂੰ ਦੱਸੀ। ਉਹਨੇ ਕਿਹਾ ਹਰਕਤਾਂ ਨਹੀਂ, ਮੈਨੂੰ ਜੋ ਤੇਰੇ 'ਚ ਨਜ਼ਰ ਆ ਰਿਹਾ ਨਾ, ਉਹਨੇ ਬਾਦਸ਼ਾਹ ਨੇ ਕਿਹਾ ਅੱਲਾ ਦੇ ਬੰਦਿਆ ਇਸ ਤਰ੍ਹਾਂ ਤੂੰ ਇਹ ਜੀ ਕਰ ਵੀ ਆਪਣਾ ਜਿਹੜਾ ਨਾ ਸਾਰਾ ਕਬੀਲਾ ਜੋ ਬਾਲ ਹੀ ਬੱਚਾ ਇੱਥੇ ਲਿਆ ਸੀ ਉਹਦੀ ਖਿਦਮਤ ਕਰਾਂਗੇ ਤੇ ਜਨਾਬ ਲਈ ਉਹਨੂੰ ਨਵਾਜ਼ਾਂਗੇ। ਤੇ ਜਨਾਬ ਲਈ ਉਹਨੇ ਜਨਾਬ ਪਿੱਛੇ ਖੱਤ ਖੁੱਤ ਭੇਜਿਆ ਵੀ ਲੈ ਵੀ ਆ ਜਾਓ, ਅੱਲਾ ਨੇ ਕਰਿਆ ਨਾ ਸਾਰਿਆਂ ਦੇ ਪੂਰੀ ਮੇਲੀ ਲੱਗ ਗਈ, ਆਪਣੀ ਟੈਲੀ ਚੱਲ ਗਈ। ਉਹ ਸਾਰੇ ਭਾਈ ਜੀ ਉੱਥੇ ਆ ਗਏ ਰਹੇ ਸਹੇ
जनाब आज कुछ कल कुछ फिर मौजा लग गई के ਬਿਲਕੁਲ हाँ ਇਹਨੇ ਉਹਦਾ ਅੱਛਾ गुजर हो गया अच्छा गुजर बसर हो ਬਣਾਈ ਉਸਨੇ ਕਹਾਣੀ ਹੀ ਸੀ ਵੀ ਚਲੋ ਮੇਰਾ ਕਿਸੇ हाँ कहानी बनाई थी लेकिन अल्लाह ने जिन्हें मंजूर थी ना जी बिल्कुल। उस तरह होगी। इसी के साथ आज की मजदूरी यहीं खत्म करते हैं। अगर तुम्हें वीडियो पसंद आई तो लाइक मारो यार, मुझे नहीं पता, मुझे 2 मिलियन लाइक्स चाहिए, कैसे ना कैसे करके मुझे चाहिए। इतना झिला मैं कभी नहीं होऊंगा अपनी पूरी जिंदगी में जितना इसमें झिलाऊं, मुझे चाहिए ही चाहिए। तो लाइक मारो, और अगर तुम लोग नए हो तो सब्सक्राइब करो, वो जो लाल वाला बटन है उस पर फूट फेंक के मारो या फिर मोमबत्ती, मुझे नहीं पता, बस क्लिक हो जाना चाहिए। अब मैं भी जा रहा हूं, मुझे पैसों